ਕ੍ਰਿਸ਼ਨਾ ਨਗਰ 'ਚ ਸੁਮੀਤੀ ਨਾਮ ਦੀ ਇੱਕ ਕੁੜੀ ਆਪਣੇ ਪਿਤਾ ਰਘੂ ਸਿੰਘ ਦੇ ਨਾਲ ਰਹਿੰਦੀ ਸੀ। ਸੁਮੀਤੀ ਦੀ ਮਾਂ ਨਹੀਂ ਸੀ, ਐਸੀ ਲਈ ਉਹਦਾ ਪਾਲਣ ਪੋਸ਼ਣ ਉਹਦੇ ਪਿਤਾ ਜੀ ਨੇ ਇਕੱਲੇ ਨੇ ਹੀ ਕੀਤਾ ਸੀ। ਰਘੂ ਆਪਣੇ ਸਮੇਂ ਦੇ ਹਿਸਾਬ ਨਾਲ ਬਹੁਤ ਪੜ੍ਹਿਆ ਲਿਖਿਆ ਆਦਮੀ ਸੀ। ਉਹਨੂੰ ਕਈ ਵੱਡੇ ਸ਼ਹਿਰਾਂ 'ਚ ਸਕੂਲ 'ਚ ਪੜ੍ਹਾਉਣ ਦਾ ਮੌਕਾ ਮਿਲਿਆ, ਪਰ ਉਹਨੇ ਆਪਣੀ ਹੀ ਜਗ੍ਹਾ ਤੇ ਰਹਿ ਕੇ ਉੱਥੇ ਦੇ ਬੱਚਿਆਂ ਨੂੰ ਸਟੱਡੀ ਕਰਾਉਣ ਦਾ ਫੈਸਲਾ ਲਿੱਤਾ। ਸੁਮੀਤੀ ਨੇ ਜਦੋਂ ਆਪਣੇ ਪਿਤਾ ਜੀ ਦੀ ਇਹ ਗੱਲ ਜਾਣੀ ਤੇ ਉਹਨੂੰ ਥੋੜਾ ਦੁੱਖ ਲੱਗਾ, ਕਿਉਂਕਿ ਪਿਤਾ ਜੀ ਦਾ ਇਹ ਫੈਸਲਾ ਉਹਨਾਂ ਨੂੰ ਗਰੀਬੀ ਵੱਲ ਲੈ ਕੇ ਜਾ ਰਿਹਾ ਸੀ। ਰਘੂ ਜ਼ਿਆਦਾ ਪੈਸੇ ਨਹੀਂ ਕਮਾ ਪਾਉਂਦਾ ਸੀ, ਪਰ ਆਪਣੇ ਦੁਆਰਾ ਲਏ ਗਏ ਫੈਸਲੇ ਦੀ ਉਹ ਇੱਜ਼ਤ ਕਰਦਾ ਸੀ। ਐਸੀ ਗੱਲ ਤੋਂ ਸੁਮੀਤੀ ਆਪਣੇ ਪਿਤਾ ਦਾ ਸਾਥ ਦਿੰਦੀ ਸੀ। ਸਮਾਂ ਬੀਤ ਰਿਹਾ ਸੀ, ਸੁਮੀਤੀ ਵੀ ਹੁਣ ਵੱਡੀ ਹੁੰਦੀ ਪਈ ਸੀ। ਉਹਦੇ ਵਿਆਹ ਨੂੰ ਲੈ ਕੇ ਰਘੂ ਸਿੰਘ ਆਏ ਦਿਨ ਦੁਖੀ ਹੀ ਰਿਹਾ ਕਰਦਾ ਸੀ। ਪਿਤਾ ਜੀ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਸੁਮੀਤੀ ਨੇ ਕਿਹਾ, ਪਾਪਾ ਹੁਣ ਮੈਂ ਵੱਡੀ ਹੋ ਗਈ ਹਾਂ, ਮੈਨੂੰ ਪਤਾ ਹੈ ਕਿ ਤੁਹਾਨੂੰ ਮੇਰੀ ਬਹੁਤ ਫਿਕਰ ਹੈ, ਪਰ ਮੈਨੂੰ ਇਹ ਸਭ ਵੇਖ ਕੇ ਬਹੁਤ ਦੁੱਖ ਹੁੰਦਾ ਹੈ। ਜੇ ਤੁਸੀਂ ਮੈਨੂੰ ਇਜਾਜ਼ਤ ਦਿਵੋ ਤਾਂ ਕਿ ਮੈਂ ਵੀ ਕੰਮ ਕਰਨ ਲੱਗ ਜਾਵਾਂ। ਆਪਣੀ ਧੀ ਦੀ ਇਹ ਗੱਲ ਸੁਣ ਕੇ ਰਘੂ ਬਹੁਤ ਖੁਸ਼ ਹੋਇਆ। ਉਹਨੂੰ ਆਪਣੀ ਕੁੜੀ ਦੇ ਫੈਸਲੇ ਤੇ ਬਹੁਤ ਹੀ ਮਾਣ ਮਹਿਸੂਸ ਹੋਇਆ ਸੀ। ਜਿਹਦੇ ਬਾਅਦ ਉਹਨੇ ਪੁੱਛਿਆ, ਪੁੱਤ ਤੂੰ ਨੌਕਰੀ ਕਿੱਥੇ ਕਰੇਂਗੀ? ਪਿਤਾ ਜੀ ਮੈਂ ਕਿਤੇ ਨੌਕਰੀ ਨਹੀਂ ਬਲਕਿ ਆਪਣਾ ਕੰਮ ਕਰਨਾ ਚਾਹੁੰਦੀ ਹਾਂ। ਆਪਣਾ ਕੰਮ? ਹਾਂਜੀ ਪਿਤਾ ਜੀ, ਆਪਣਾ ਕੰਮ। ਪਰ ਪੁੱਤਰ ਉਹਦੇ 'ਚ ਤਾਂ ਬਹੁਤ ਹੀ ਖਰਚਾ ਆਊਗਾ। ਨਹੀਂ ਪਿਤਾ ਜੀ, ਮੈਂ ਸਭ ਸੋਚ ਲਿਆ ਹੈ, ਜ਼ਿਆਦਾ ਖਰਚਾ ਨਹੀਂ ਹੋਊਗਾ। ਪਰ ਤੂੰ ਕੰਮ ਕੀ ਕਰੇਂਗੀ? ਮੈਂ ਖਰਾਬ ਹੋਏ ਕੱਪੜਿਆਂ ਨੂੰ ਸਹੀ ਤਰ੍ਹਾਂ ਯੂਜ਼ ਕਰਕੇ ਉਹਨਾਂ ਨੂੰ ਫਿਰ ਤੋਂ ਲੋਕਾਂ ਦਾ ਯੂਜ਼ ਕਰਨ ਲਾਇਕ ਬਣਾਵਾਂਗੀ। ਮਤਲਬ ਸਿਲਾਈ ਬੁਣਾਈ ਦਾ ਹੀ ਕੰਮ ਕਰੇਂਗੀ ਨਾ ਪੁੱਤਰ? ਕੁਝ ਏਦਾਂ ਦਾ ਹੀ, ਪਰ ਕਿਸੇ ਦੇ ਕੱਪੜੇ ਸਿਲਣ ਦਾ ਕੰਮ ਮੈਂ ਨਹੀਂ ਕਰਾਂਗੀ, ਬਲਕਿ ਖਰਾਬ ਹੋਏ ਕੱਪੜਿਆਂ ਨੂੰ ਰੀਸਾਈਕਲ ਕਰਾਂਗੀ। ਮੈਂ ਕੁਝ ਸਮਝਿਆ ਨਹੀਂ। ਪਿਤਾ ਜੀ ਸਿਲਾਈ ਬੁਣਾਈ ਦਾ ਕੰਮ ਤਾਂ ਹਰ ਕੋਈ ਕਰਦਾ ਹੈ, ਪਰ ਮੈਂ ਨਹੀਂ ਕਰਨਾ ਚਾਹੁੰਦੀ। ਮੈਂ ਬੇਕਾਰ ਅਤੇ ਖਰਾਬ ਪਏ ਕੱਪੜਿਆਂ ਨੂੰ ਅਜਿਹਾ ਬਣਾਉਣਾ ਚਾਹੁੰਦੀ ਹਾਂ ਕਿ ਉਹ ਕਦੇ ਲੱਗਣ ਹੀ ਨਾ ਕਿ ਉਹ ਕਦੇ ਖਰਾਬ ਵੀ ਸੀ। ਉਹਨਾਂ ਨੂੰ ਸੋਹਣਾ ਬਣਾਵਾਂਗੀ। ਵਾਹ, ਪਰ ਪੁੱਤਰ ਇਹਦੇ 'ਚ ਤਾਂ ਜ਼ਿਆਦਾ ਸਮਾਂ ਅਤੇ ਪੈਸੇ ਘੱਟ ਮਿਲਣਗੇ। ਜੀ ਪਿਤਾ ਜੀ, ਫਿਰ ਉਹਦੇ ਬਾਅਦ ਧੀਰੇ ਧੀਰੇ ਪੈਸੇ ਵੀ ਆਉਣ ਲੱਗ ਜਾਣਗੇ। ਸੁਮੀਤੀ ਦੇ ਵਿਚਾਰਾਂ ਨਾਲ ਰਘੂ ਬਹੁਤ ਖੁਸ਼ ਹੋਇਆ ਤੇ ਉਹਨੇ ਆਪਣੀ ਧੀ ਦਾ ਸਾਥ ਦੇਣ ਦੇ ਲਈ ਹਾਂ ਕਹਿ ਦਿੱਤੀ। ਅਗਲੇ ਹੀ ਦਿਨ ਤੋਂ ਸੁਮੀਤੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਪਹਿਲੇ ਤਾਂ ਲੋਕਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਸੁਮੀਤੀ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਸੀ, ਪਰ ਧੀਰੇ ਧੀਰੇ ਅਲੱਗ ਕੰਮ ਅਤੇ ਨਵੀਂ ਚੀਜ਼ਾਂ ਬਣਾ ਕੇ ਸੁਮੀਤੀ ਨੇ ਸਾਰਿਆਂ ਨੂੰ ਆਪਣੇ ਕੰਮ ਕਰਨ ਦਾ ਤਰੀਕਾ ਸਮਝਾ ਦਿੱਤਾ। ਹੁਣ ਨੇੜੇ ਤੇੜੇ ਨਾਲ ਹੀ ਦੂਰ ਰਹਿਣ ਵਾਲੇ ਲੋਕ ਵੀ ਸੁਮੀਤੀ ਦੇ ਕੋਲ ਆਪਣੀ ਖਰਾਬ ਸਾੜੀ, ਪੈਂਟ, ਸ਼ਰਟ ਜਾਂ ਕੰਬਲ ਲਿਆਇਆ ਕਰਦੇ। ਇਹ ਸਭ ਦਾ ਯੂਜ਼ ਕਰ ਸੁਮੀਤੀ ਕਦੀ ਸੋਹਣਾ ਜਿਹਾ ਗਾਊਨ, ਕਦੀ ਬੱਚਿਆਂ ਦੇ ਲਈ ਪਿਆਰੀ ਜਿਹੀ ਫਰੋਕ, ਬੜਿਆਂ ਦੇ ਲਈ ਸਾਫਾ ਜਾਂ ਫਿਰ ਕੰਮ ਤੇ ਲਿਜਾਣ ਵਾਲਾ ਬੈਗ ਬਣਾ ਦਿਆ ਕਰਦੀ ਸੀ। ਉਹਦੇ ਇਸ ਅਨੋਖੇ ਕੰਮ ਤੋਂ ਸਾਰੇ ਬਹੁਤ ਖੁਸ਼ ਸੀ। ਸੁਮੀਤੀ ਦਾ ਕੰਮ ਹੁਣ ਦੂਰ ਤੱਕ ਹੋਣ ਲੱਗਾ। ਲੋਕ ਹੁਣ ਉਹਨੂੰ ਜਾਣਨ ਲੱਗੇ ਸੀ, ਪਰ ਹੁਣ ਵੀ ਸੁਮੀਤੀ ਉਹਨੇ ਪੈਸੇ ਨਹੀਂ ਕਮਾ ਪਾ ਰਹੀ ਸੀ ਜਿੰਨੇ ਉਹਨੂੰ ਕਮਾਣੇ ਚਾਹੀਦੇ ਸੀ। ਐਵੇਂ ਹੀ ਦਿਨ ਬੀਤੇ ਅਤੇ ਦਿਨ ਮਹੀਨਿਆਂ 'ਚ। ਫਿਰ ਇੱਕ ਦਿਨ, ਪੁੱਤਰ ਸੁਮੀਤੀ। ਹਾਂਜੀ ਪਿਤਾ ਜੀ। ਪੁੱਤ ਪਰਸੋਂ ਤੇਰੇ ਚਾਚੇ ਦੀ ਕੁੜੀ ਦਾ ਵਿਆਹ ਹੈ, ਸਾਨੂੰ ਉੱਥੇ ਜਾਣਾ ਹੈ। ਤੂੰ ਮੇਰੇ ਲਈ ਕੀ ਇੱਕ ਸਾਫਾ ਰੈਡੀ ਕਰ ਦੇਂਗੀ? ਹੁਣ ਮੇਰੇ ਕੋਲ ਪੈਸੇ ਨਹੀਂ ਹੈਗੇ, ਨਹੀਂ ਤਾਂ ਮੈਂ ਇੱਕ ਕੱਪੜਾ ਲਿਆ ਕੇ ਤੈਨੂੰ ਦੇ ਦਿੰਦਾ। ਠੀਕ ਹੈ ਪਿਤਾ ਜੀ, ਮੈਂ ਬਣਾ ਦਾਂਗੀ। ਸੁਮੀਤੀ ਦੇ ਕੋਲ ਨਾ ਹੀ ਕੱਪੜਾ ਸੀ ਤੇ ਨਾ ਹੀ ਪੈਸੇ, ਜਿਹਦੇ ਨਾਲ ਉਹ ਆਪਣੇ ਪਿਤਾ ਜੀ ਦੇ ਲਈ ਸਾਫਾ ਬਣਾ ਪਾਂਦੀ। ਬਹੁਤ ਦੇਰ ਸੋਚਣ ਤੋਂ ਬਾਅਦ ਉਹਨੇ ਪਹਿਲੇ ਦੇ ਕੰਮ ਤੋਂ ਬਚੇ ਕੁਝ ਕੱਪੜਿਆਂ ਨੂੰ ਇਕੱਠਾ ਕਰ ਉਹਨੇ ਆਪਣੇ ਪਿਤਾ ਜੀ ਦੇ ਲਈ ਇੱਕ ਸੋਹਣਾ ਜਿਹਾ ਸਾਫਾ ਤਿਆਰ ਕੀਤਾ। ਸਾਫਾ ਵੇਖਣ 'ਚ ਤਾਂ ਬਹੁਤ ਸੋਹਣਾ ਲੱਗ ਰਿਹਾ ਸੀ। ਸੁਮੀਤੀ ਸਾਫੇ ਵੱਲ ਵੇਖ ਹੀ ਰਹੀ ਸੀ ਕਿ ਉਦੋਂ ਹੀ ਕੋਈ ਉਹਨਾਂ ਦੇ ਬੂਹੇ ਤੇ ਆਇਆ। ਕੀ ਇੱਥੇ ਕੋਈ ਹੈ? ਮੈਨੂੰ ਬਹੁਤ ਭੁੱਖ ਲੱਗੀ ਹੈ, ਕੁਝ ਖਾਣ ਨੂੰ ਮਿਲੇਗਾ ਕੀ? ਆਵਾਜ਼ ਸੁਣ ਕੇ ਸੁਮੀਤੀ ਦਰਵਾਜ਼ੇ ਤੇ ਗਈ। ਸਾਹਮਣੇ ਖੜੀ ਜਨਾਨੀ ਦੀ ਹਾਲਤ ਵੇਖ ਉਹਨੂੰ ਬਹੁਤ ਦੁੱਖ ਹੋਇਆ ਅਤੇ ਘਰ ਦੇ ਵਿੱਚ ਜੋ ਵੀ ਕੁਝ ਬਚਿਆ ਹੋਇਆ ਖਾਣਾ ਸੀ ਉਹਨੇ ਬਾਹਰ ਖਲੋਤੀ ਉਸ ਜਨਾਨੀ ਨੂੰ ਦੇ ਦਿੱਤਾ।
ਪੁੱਤਰ ਤੇਰਾ ਬਹੁਤ ਬਹੁਤ ਧੰਨਵਾਦ। ਇਹ ਕਿੰਨਾ ਸੋਹਣਾ ਹੈ। ਕੀ ਤੂੰ ਇਹ ਮੈਨੂੰ ਦੇ ਦੇਂਗੀ? ਮੈਂ ਠੀਕ ਹੈ, ਤੁਸੀਂ ਇਹਨੂੰ ਲੈ ਜਾਓ। ਸੁਮਿਤੀ ਉਸ ਜਨਾਨੀ ਨੂੰ ਮਨਾ ਨਾ ਕਰ ਸਕੀ ਅਤੇ ਉਹ ਸਾਫਾ ਉਹਨੂੰ ਦੇ ਦਿੱਤਾ, ਜਿਹਦੇ ਬਾਅਦ ਉਹ ਜਨਾਨੀ ਉੱਥੋਂ ਦੀ ਚਲੀ ਗਈ। ਪਰ ਹੁਣ ਸੁਮਿਤੀ ਨੂੰ ਇਹ ਪਰੇਸ਼ਾਨੀ ਸਤਾਉਣ ਲੱਗੀ ਕਿ ਉਹ ਆਪਣੇ ਪਿਤਾ ਜੀ ਨੂੰ ਕੀ ਕਹੇਗੀ। ਐਸੇ ਸੋਚ ਵਿੱਚ ਸ਼ਾਮ ਹੋ ਗਈ ਕਿ ਉਦੋਂ ਹੀ ਪੁੱਤਰ ਸੁਮਿਤੀ, ਕੀ ਗੱਲ ਏ? ਇਹ ਕਿੰਨਾ ਸੋਹਣਾ ਹੈ। ਤੂੰ ਤਾਂ ਮੇਰਾ ਮਨ ਖੁਸ਼ ਕਰ ਦਿੱਤਾ। ਪਿਤਾ ਦੇ ਹੱਥਾਂ 'ਚ ਸਾਫਾ ਵੇਖ ਕੇ ਸੁਮਿਤੀ ਬਹੁਤ ਹੈਰਾਨ ਹੋਈ। ਉਹਨੂੰ ਸਮਝ ਹੀ ਨਹੀਂ ਲੱਗੀ ਕਿ ਇਹ ਉਹਦੇ ਪਿਤਾ ਜੀ ਕੋਲ ਕਿਵੇਂ ਆ ਗਿਆ। ਸੁਮਿਤੀ ਦੇ ਪਿਤਾ ਨੇ ਉਹਨੂੰ ਦੱਸਿਆ ਕਿ ਇਹ ਉਹਨੂੰ ਬਾਹਰ ਦਰੀ ਤੇ ਮਿਲਿਆ। ਇਹ ਸੁਣ ਕੇ ਸੁਮਿਤੀ ਨੂੰ ਲੱਗਾ ਕਿ ਸ਼ਾਇਦ ਉਸ ਜਨਾਨੀ ਨੂੰ ਇਹਦੀ ਲੋੜ ਨਹੀਂ ਹੋਊਗੀ। ਐਸੇ ਲਈ ਉਹ ਇਹਨੂੰ ਵਾਪਸ ਉੱਥੇ ਰੱਖ ਕੇ ਚਲੀ ਗਈ। ਗੱਲ ਨੂੰ ਭੁਲਾਉਂਦੇ ਹੋਏ ਸੁਮਿਤੀ ਵਿਆਹ 'ਚ ਜਾਣ ਦੀ ਤਿਆਰੀਆਂ ਕਰਨ ਲੱਗੀ। ਅਗਲੇ ਹੀ ਦਿਨ ਰਘੂ ਅਤੇ ਸੁਮਿਤੀ ਵਿਆਹ ਦੇ ਲਈ ਨਿਕਲ ਗਏ, ਪਰ ਉੱਥੇ ਪਹੁੰਚ ਕੇ ਜੋ ਉਹਨਾਂ ਨੇ ਵੇਖਿਆ ਉਹ ਬਹੁਤ ਦੁਖਦਾਈ ਸੀ। ਮੈਂ ਹੁਣ ਇੰਨੇ ਪੈਸੇ ਕਿੱਥੋਂ ਲੈ ਕੇ ਆਵਾਂ? ਵਿਆਹ ਦਾ ਖਰਚਾ ਤਾਂ ਵੱਧਦਾ ਹੀ ਜਾ ਰਿਹਾ ਏ। ਹੁਣ ਮੈਂ ਕਿਵੇਂ ਪੂਰਾ ਕਰੂੰਗਾ? ਹਲਵਾਈ ਦੇ ਪੈਸੇ ਕਿਵੇਂ ਦਊਂਗਾ? ਹੁਣ ਗੱਲ ਨੂੰ ਸਮਝਣ 'ਚ ਰਘੂ ਨੂੰ ਦੇਰ ਨਹੀਂ ਲੱਗੀ। ਉਹਨੂੰ ਪਤਾ ਚੱਲ ਗਿਆ ਸੀ ਕਿ ਵਿਆਹ ਦਾ ਖਰਚਾ ਉਹਦਾ ਭਰਾ ਰਾਮਦਾਸ ਨਹੀਂ ਚੁੱਕ ਪਾ ਰਿਹਾ ਸੀ। ਪਰ ਐਵੇਂ 'ਚ ਰਘੂ ਕਰਦਾ ਵੀ ਤਾਂ ਕੀ ਕਰਦਾ? ਉਹਦੇ ਕੋਲ ਇੰਨੇ ਪੈਸੇ ਨਹੀਂ ਸੀ ਜੋ ਕਿ ਆਪਣੇ ਭਰਾ ਨੂੰ ਦੇ ਪਾਉਂਦਾ। ਲੇਕਿਨ ਫਿਰ ਵੀ ਉਹਨੇ ਆਪਣੀ ਬਚਤ ਨਾਲ ਉਹਨੇ ਆਪਣੇ ਭਰਾ ਦੀ ਮਦਦ ਕੀਤੀ। ਪਰ ਹੁਣ ਵੀ ਪੈਸੇ ਘੱਟ ਪੈ ਰਹੇ ਸੀ। ਕਾਸ਼ ਮੇਰੇ ਕੋਲੇ ਇੰਨੇ ਪੈਸੇ ਹੁੰਦੇ ਜਿਹਦੇ ਨਾਲ ਮੈਂ ਆਪਣੇ ਭਰਾ ਦੀ ਸਾਰੀ ਪਰੇਸ਼ਾਨੀ ਦੂਰ ਕਰ ਸਕਦਾ। ਕੋਲ ਖੜੀ ਸੁਮਿਤੀ ਵੀ ਖੁਦ ਦੇ ਲਾਚਾਰੇ ਤੇ ਤਰਸ ਖਾ ਰਹੀ ਸੀ। ਉਹਨੂੰ ਬਹੁਤ ਹੀ ਦੁੱਖ ਹੁੰਦਾ ਪਿਆ ਸੀ ਕਿ ਉਹ ਆਪਣੇ ਪਿਤਾ ਜੀ ਦੀ ਮਦਦ ਨਹੀਂ ਕਰ ਪਾ ਰਹੀ ਸੀ। ਦੁਖੀ ਮਨ ਦੇ ਨਾਲ ਰਘੂ ਤੇ ਸੁਮਿਤੀ ਕਮਰੇ 'ਚ ਚਲੇ ਗਏ। ਰਘੂ ਬਹੁਤ ਥੱਕ ਗਿਆ ਸੀ, ਇਸ ਲਈ ਉਹਨੇ ਆਪਣਾ ਸਾਫਾ ਉਤਾਰਿਆ। ਉਹਦੇ 'ਚ ਨੋਟਾਂ ਨਾਲ ਭਰੀਆਂ ਕਈ ਗੱਡੀਆਂ ਸੀ। ਇਹ ਵੇਖ ਕੇ ਰਘੂ ਅਤੇ ਸੁਮਿਤੀ ਬਹੁਤ ਹੈਰਾਨ ਹੋ ਗਏ। ਦੋਨਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਅਚਾਨਕ ਉਹਨਾਂ ਦੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ। ਪਿਤਾ ਜੀ, ਇਹ ਕਿਵੇਂ ਹੋ ਗਿਆ? ਇਹ ਤਾਂ ਮੈਨੂੰ ਵੀ ਨਹੀਂ ਪਤਾ ਪੁੱਤਰ। ਐਵੇਂ ਕਿਵੇਂ ਹੋ ਸਕਦਾ ਹੈ? ਇੰਨੇ ਸਾਰੇ ਪੈਸੇ ਇਹ ਹੋ ਕਿਵੇਂ ਸਕਦਾ ਹੈ? ਪਿਤਾ ਜੀ, ਇਹ ਜਾਦੂ ਹੈ। ਇਹ ਕੋਈ ਮਾਮੂਲੀ ਜਿਹਾ ਨਹੀਂ, ਇਹ ਕੋਈ ਜਾਦੂਈ ਸਾਫਾ ਹੈ। ਕੀ? ਇਹ ਕੀ ਕਹਿ ਰਹੀ ਹੈ? ਸੁਮਿਤੀ ਨੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ, ਜਿਹਦੇ ਜਾਣਨ ਤੋਂ ਬਾਅਦ ਰਘੂ ਨੂੰ ਯਕੀਨ ਨਹੀਂ ਹੋਇਆ ਅਤੇ ਉਹਨੇ ਅਜਮਾਨ ਦੇ ਲਈ ਉਹਨੇ ਸਾਫੇ ਤੋਂ ਕਈ ਹੋਰ ਚੀਜ਼ਾਂ ਮੰਗੀਆਂ। ਜਿਹਦੇ ਮੰਗਦੇ ਹੀ ਰਘੂ ਦੇ ਸਾਹਮਣੇ ਸਾਰੀ ਚੀਜ਼ਾਂ ਆ ਗਈਆਂ। ਹੁਣ ਰਘੂ ਅਤੇ ਸੁਮਿਤੀ ਨੂੰ ਯਕੀਨ ਹੋ ਗਿਆ ਸੀ ਕਿ ਇਹ ਕੰਮ ਉਸੇ ਭਿਖਾਰਨ ਦਾ ਹੈ। ਦੋਨੋਂ ਬਹੁਤ ਖੁਸ਼ ਹੋ ਗਏ ਅਤੇ ਰਘੂ ਨੇ ਜਾ ਕੇ ਉਹ ਪੈਸੇ ਆਪਣੇ ਛੋਟੇ ਭਰਾ ਨੂੰ ਦੇ ਦਿੱਤੇ, ਜਿਹਦੇ ਬਾਅਦ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ। ਬਸ ਉਹ ਦਿਨ ਤੋਂ ਬਾਅਦ ਰਘੂ ਅਤੇ ਸੁਮਿਤੀ ਨੂੰ ਇਹ ਯਕੀਨ ਹੋ ਗਿਆ ਕਿ ਸਾਨੂੰ ਨੇਕੀ ਕਰਦੇ ਰਹਿਣਾ ਚਾਹੀਦਾ ਹੈ। ਰੱਬ ਸਾਨੂੰ ਸਾਡੇ ਪ੍ਰੀਖਿਆ ਦਾ ਫਲ ਸਾਨੂੰ ਜ਼ਰੂਰ ਦਿੰਦਾ ਹੈ।